चलो आप करते हैं 14B का 11वां सवाल। सारे जने क्वेश्चन पढ़ो की है जे है नहीं तो शो करना आप भी ਜਿਹੜੇ PQ ਤੇ R पॉइंट है ये कोलीनियर है की है ये कोलीनियर। ठीक है कोलीनियर का मतलब की होंगे इक्को लाइन इक्को लाइन ਦੇ ਵਿੱਚ ਤੁਸੀਂ ਦਿਮਾਗ ਲਾਓ ਜੇ ਕੋਈ ਚੀਜ਼ ਇੱਕੋ ਲਾइन 'ਚ ਉਹਦੀ ਸਲੋਪ ਦੇ ਵਿੱਚ ਫਰਕ ਹੋਊਗਾ ਜੇ ਚੀਜ਼ ਇੱਕੋ ਲਾइन 'ਚ ਨਹੀਂ ਹੋਣਾ ਤਾਂ ਇਹਨਾਂ ਦੀ ਸਲੋਪ ਬਰਾਬਰ ਆਊਗੀ। ਪਤਾ ਲੱਗ ਗਿਆ। ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਪੁਆਇੰਟ ਹੈ। ਦੇਖੋ ਕੀ ਚੀਜ਼ ਹੈ ਆ ਇੱਕ ਲਾइन ਆ P ਹੈ ਆ Q ਹੈ ਆ R ਹੈ। ठीक है P ਤਾਂ ਹੈਗਾ A B + C। ਤੁਸੀਂ ਕੀ ਕਰਨਾ ਹੈ ਪਹਿਲਾਂ P ਤੇ Q ਦੀ ਸਲੋਪ ਕੱਢ ਲੈਣੀ ਹੈ ਫਿਰ Q ਤੇ R ਦੀ ਜੇ ਬਰਾਬਰ ਆ ਗਈ ਤਾਂ ਕੋਲੀਨੀਅਰ ਹੈਗਾ। ਛੇਤੀ ਕਰੋ ਆ x1 ਹੁੰਦਾ ਆ y1 ਆ x2 ਆ y2 ਸਲੋਪ ਦਾ ਫਾਰਮੂਲਾ y2 - y1 c + a - c - b ਬਟਾ b - a ਫਿਰ b ਇਹਦਾ ਹੋ ਗਿਆ ਨਾ। ਇਹਦੀ ਦੇਖੋ C ਨਾਲ C ਕੱਟੀ ਗਈ ਉੱਤੇ ਆ ਗਿਆ A - B ਥੱਲੇ ਆ ਗਿਆ B - A। ਠੀਕ ਹੈ ਇੰਨਾ ਪਤਾ ਲੱਗ ਗਿਆ। ਹੁਣ ਦੇਖੋ ਇਹ ਹੈ ਕਿ B ਤਾਂ ਹੈਗਾ ਮਾਈਨਸ ਦਾ A ਹੈਗਾ ਪਲੱਸ ਦਾ B ਹੈਗਾ ਪਲੱਸ ਦਾ A ਹੈਗਾ ਮਾਈਨਸ ਦਾ। ਹੁਣ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਰਕਮ 'ਚ A ਮਾਈਨਸ ਨੂੰ ਕਾਮਨ ਕੱਢ ਲਓ। ਆਹ ਕੱਢ ਲਿਆ ਆਪਾਂ ਮਾਈਨਸ ਨੂੰ ਕਾਮਨ। ਫਿਰ A ਦੇ ਅੱਗੇ ਆ ਗਿਆ ਮਾਈਨਸ ਤੇ B ਦੇ ਅੱਗੇ ਆ ਗਿਆ ਪਲੱਸ। A ਦੇ ਅੱਗੇ ਮਾਈਨਸ ਹੈ ਤੇ B ਦੇ ਅੱਗੇ ਕੀ ਹੈ ਪਲੱਸ ਹੈ। ਪਤਾ ਲੱਗ ਗਿਆ। ਆ ਤੇ ਆ ਕੱਟੇ ਜਾਣਗੇ ਆਨਸਰ ਆ ਜਾਊਗਾ -1। ਆਨਸਰ ਕੀ ਆ ਜਾਊਗਾ -1। सर no sir आप क्यों x1 और y1 लगाओगे तो हाँ हाँ ਇਹਦੀ ਵੀ ਸਲੋਪ -1 ਆ ਗਈ। ਜਦੋਂ ਸਲੋਪ ਦੋਨੇ ਬਰਾਬਰ ਹੈ ਤਾਂ ਇਹ ਪੁਆਇੰਟਸ ਕੋਲੀਨੀਅਰ ਹੈ। ਫਾਈਂਡ x ਇਫ ਸਲੋਪ ਆਫ ਦਾ ਲਾਈਨ x2 ਤੇ 8 - 11 ਇਜ਼ ਇੰਨੀ। ਸਲੋਪ ਦੇ ਰੱਖੀ ਹੈ ਬੜਾ ਸੌਖਾ ਸਵਾਲ ਹੈ ਇਹਦਾ ਤਾਂ ਵੈਲਿਊ ਲੱਭਣੀ ਹੈ। ਸਲੋਪ ਦੇ ਰੱਖੀ ਹੈ ਪੁਆਇੰਟ ਦੋਨੇ ਦੇ ਰੱਖੇ ਆ ਆਪਾਂ ਫਾਰਮੂਲਾ ਲਾਵਾਂਗੇ ਤੇ ਸਲੋਪ ਬਰਾਬਰ ਰੱਖ ਦਾਂਗੇ ਤੇ x ਦੀ ਵੈਲਿਊ ਆ ਜਾਊਗੀ। ਠੀਕ ਹੈ ਦੇਖੋ क्रॉस मल्टीप्लाई हो गया इत्थे 13 × 4 ਹੁੰਦਾ ਹੈ 52 ਮਾਈਨਸ ਦਾ ਆ -3 ਇੱਧਰ ਮਲਟੀਪਲਾਈ ਹੋਊਗਾ -24 ਹੋ ਗਿਆ ਇੱਥੇ -3 × -x + 3x ਹੋ ਗਿਆ -24 ਇੱਧਰ ਆ ਜਾਊਗਾ ਪਲੱਸ ਦਾ ਹੋ ਜਾਊਗਾ 52 ਚੋਂ ਮਾਈਨਸ ਹੋ ਜਾਊਗਾ ਇਹ ਆ ਜਾਊਗਾ -28 ਇੱਧਰ ਆ ਜਾਊਗਾ 3x x ਦੀ ਵੈਲਿਊ ਆ ਜਾਊਗੀ -8 ਉਹ ਨਹੀਂ 28/3 ਆਊਗੀ ਨਾ -28/3 ਸਵਾਲ ਆ ਗਿਆ ਸਮਝ ਚ ਇੰਨੀ ਆਈ ਸੀ ਤੇਰੀ ਦੀ ਲੋੜ ਨਹੀਂ। ਦੇਖੋ ਕੀ ਹੈ ਇਹ ਇਕੁਇਲੇਟਰਲ ਟ੍ਰਾਇੰਗਲ ਹੈ। ਇਹਦੇ ਤਿੰਨੇ ਐਂਗਲ ਕਿੰਨੇ ਡਿਗਰੀ ਦੇ ਹੁੰਦੇ ਆ 60 ਦੇ ਹੁੰਦੇ ਆ। ਚਲ ਚੁੱਪ ਕਰੋ ਯਾਰ ਓਏ ਚੁੱਪ 60 ਦੇ ਹੁੰਦੇ ਆ। ਆਪਾਂ ਤਾਂ ਕੁਝ ਵੀ ਨਹੀਂ ਕਰਨਾ ਆਪਾਂ tan 60 ਦੀ ਵੈਲਿਊ ਲਿਖ ਦੇਣੀ ਹੈ ਪਿੱਛੋਂ ਦੇਖ ਕੇ ਜਾਂ ਇਹਦੀ ਪਿੱਛੋਂ ਦੇਖਣ ਟੇਬਲ ਜਿਹਾ ਬਣਿਆ ਹੁੰਦਾ ਇੱਕ। ਠੀਕ ਹੈ ਆਪਾਂ ਕੀ ਕਰਾਂਗੇ tan 60 ਦੀ ਵੈਲਿਊ ਪਾ ਦਾਂਗੇ। ਸਾਈਡਾਂ ਕਿਹੜੀਆਂ ਨੇ ਤਿੰਨ ਇੱਕ ਤਾਂ AB ਹੈ ਦੇਖੋ ਇੱਕ ਹੈਗੀ ਹੈ BC ਇੱਕ AC ਇੱਕ AB ਇੱਕ BC ਇੱਕ AC ਜਿਹੜੀ ਥੱਲੜੀ ਹੈ ਸਾਈਡ ਠੀਕ ਹੈ AB ਉਹ ਪੈਰਲਲ ਟੂ x ਐਕਸਿਸ ਹੈ। ਦੇਖੋ ਉਹ ਪੈਰਲਲ ਟੂ x ਐਕਸਿਸ ਹੈ। ਧਿਆਨ ਦੇਣਾ ਸਲੋਪ ਦਾ ਮਤਲਬ ਕੀ ਹੁੰਦਾ ਪੰਜਾਬੀ ਚ ਢਲਾਣ ਹੁੰਦੀ ਹੈ ਢਲਾਣ। ਹੁਣ ਆਹ ਲਾਈਨ ਦੀ ਤਾਂ ਢਲਾਣ ਹੀ ਕੋਈ ਹੈ ਨਹੀਂ ਗੀ ਇਹ ਤਾਂ ਪੈਰਲਲ x ਐਕਸਿਸ ਦੇ ਇਹਦੀ ਢਲਾਣ 0 ਹੈ।
ਇਹਦੀ 0 ਹੈ, ਜਾਂ ਤਾਂ ਇਹਦੀ ਹੈ ਢਲਾਣ ਕੋਈ ਤੇ ਜਾਂ ਇਹਦੀ ਹੈ। ਹੁਣ ਇਹਨਾਂ ਦੀ ਢਲਾਣ ਕੀ ਹੋਊਗੀ, ਜਿੰਨਾ ਇਹਨਾਂ ਦਾ ਐਂਗਲ ਹੋਊਗਾ, ਦੇਖੋ 60 ਇੱਥੇ ਬਣਦਾ ਤੇ 60 ਹੀ ਇੱਥੇ ਬਣਦਾ, ਠੀਕ ਹੈ। ਆ ਇਹ ਵੀ ਸੀ। ਹੁਣ ਚੱਕਰ ਇਹ ਵੀ ਪੈਂਦਾ ਵੀ ਦੋਨਾਂ ਦੀ ਬਰਾਬਰ ਕਿਵੇਂ ਆ ਜਾਊਗੀ। ਹੁਣ ਇੱਕ ਤਾਂ ਹੈਗੀ ਐਂ ਲੋਟ, ਇੱਕ ਐਂ ਲੋਟ ਹੈ, ਠੀਕ ਹੈ। ਤੁਸੀਂ ਕੀ ਕਰੋ, ਇਹਦੀ tan 60 ਜਿੰਨੀ ਵੀ ਆ ਗਈ, ਜਿੰਨਾ ਤੁਸੀਂ ਆਨਸਰ ਕੱਢ ਲਿਆ √3 ਹੁੰਦਾ, ਇਹਦੀ ਫਿਰ -√3 ਆਊਗੀ। ਰੀਜ਼ਨ ਕੀ ਹੈ, ਇਹ ਇਹਦੇ ਆਪੋਜ਼ਿਟ ਹੈ ਸਾਈਡ। ਜੇ ਆਪਾਂ ਵਿਚਾਲੇ ਸ਼ੀਸ਼ਾ ਬਣਾ ਦਈਏ ਪਰਲੇ ਪਾਸੇ ਹੈ ਤਾਂ ਉਹ ਨੈਗੇਟਿਵ ਹੋ ਜੂਗੀ, ਸੇਮ ਨਹੀਂ ਆ ਸਕਦੀ। ਸੇਮ ਦਾ ਤਾਂ ਆਉਂਦੀ ਜੇ ਇੱਕ ਇੱਥੇ ਆਏ ਲਾਈਨ ਹੁੰਦੀ, ਉਹ ਵੀ 60 ਦੀ ਹੁੰਦੀ। ਪਤਾ ਲੱਗ ਗਿਆ ਨਾ ਗੇਮ ਕੀ ਹੈ, ਆ ਗਈ ਗੇਮ ਸਮਝ ਕੀ ਹੈ ਇਹ ਤਾਂ ਮੈਂ ਜਾਣ ਕੇ ਦੱਸਿਆ ਯਾਰ ਵੀ ਹੈ ਤਾਂ ਵੀ 60, ਫਿਰ ਆਪਾਂ ਇਹ ਮਾਈਨਸ ਤਾਂ ਲਿਆ ਕਿਉਂਕਿ ਇਹ ਸਾਈਡ ਦੇ ਆਪੋਜ਼ਿਟ ਸਾਈਡ ਹੈ ਇਹ ਨੈਗੇਟਿਵ। ਜੇ ਇਸੇ ਸਾਈਡ ਦੇ ਨਾਲ ਕੋਈ ਸਾਈਡ ਹੁੰਦੀ ਆਏ, ਉਹਦਾ ਵੀ ਐਂਗਲ 60 ਹੁੰਦਾ, ਫਿਰ ਪੋਜ਼ਿਟਿਵ 'ਚ ਹੀ ਆ ਜਾਂਦਾ। ਪਰ ਜੇ ਉਹਦੇ ਪਰਲੇ ਪਾਸੇ ਹੁੰਦੀ ਤਾਂ ਨੈਗੇਟਿਵ 'ਚ ਆਉਂਦੀ। ਸਲੋਪ ਦਾ ਮਤਲਬ ਹੁੰਦਾ ਢਲਾਣ, ਢਲਾਣ ਹੀ ਦੱਸਣੀ ਸੀ ਆਪਾਂ। ਇਹਦੀ ਕੋਈ ਢਲਾਣ ਨਹੀਂ ਹੈ, 0 ਆ ਗਿਆ, ਠੀਕ ਹੈ। ਲਿਖ ਲਓ ਵੈਸੇ ਹੀ ਮਾੜਾ ਜਿਹਾ ਲਿਖ ਲਓ ਬਸ, ਇਹਦਾ ਆਪਦੇ ਹਿਸਾਬ ਦੇ ਨਾਲ। ਦੇਖੋ ਆ ਇਹਦੀ ਕੋਈ ਢਲਾਣ ਹੈ ਹੀ ਨਹੀਂ, ਇਹਦਾ 0 ਆ ਗਈ, ਪਰ ਇਹਦਾ ਜਮਾ ਹੀ 90 ਦੇ ਆ ਕੰਮ। tan 90 ਕਿੰਨਾ ਹੁੰਦਾ ਦੱਸੋ, tan 90 ਕਿੰਨਾ ਹੁੰਦਾ? 0 tan 90 0 ਹੁੰਦਾ, ਚੈੱਕ ਕਰੋ ਮੜਾ। ਇੱਕ ਮਿੰਟ ਆ ਜਾਓ ਇੱਥੇ ਨਾ, ਆਪਾਂ ਹੁਣ tan ਨਾਲ ਇਕੱਲੇ ਨਾਲ ਕੰਮ ਸਰਨਾ ਨਹੀਂ, ਮਾੜਾ ਧਿਆਨ ਨਾਲ ਦੇਖਣਾ। ਹੁਣ ਕਾਪੀ ਕੁਪੀ ਪਾਸੇ ਛੱਡ ਦਿਓ। ਆਹ ਦੇਖੋ ਇਹਦੀ 0 ਹੈ, ਠੀਕ ਹੈ, ਇਹਦੀ ਵੀ 0 ਹੋ ਜੂਗੀ। ਫਿਰ ਇਹ ਇਹਦੇ ਪੈਰਲਲ ਹੈ, ਆਹਾ ਤੇ ਆਹ ਪੈਰਲਲ ਹੈ, ਇਹਦੀ ਤੇ ਇਹਦੀ 0 ਹੋ ਗਈ। ਹੁਣ ਚੱਕਰ ਕੀ ਪੈ ਗਿਆ, ਆਹ ਦੋ ਲਾਈਨਾਂ ਰਹਿ ਗਈਆਂ। ਉਹ ਤਾਂ ਆਪਾਂ 90 ਵਾਲਾ ਸਿਸਟਮ ਜਿਹਾ ਲਾ ਕੇ ਓਕੇ ਕਰ ਦਿੰਦੇ, ਪਰ ਦਿੱਕਤ ਆਪਾਂ ਨੂੰ ਇਹ ਆ ਗਈ ਵੀ ਆਪਣੇ ਕੋਲ ਇੱਕ ਰੂਲ ਸੀਗਾ ਵੀ ਜਦੋਂ ਕੋਈ ਵੀ ਲਾਈਨ ਪਰਪੈਂਡੀਕੂਲਰ ਹੁੰਦੀ ਹੈ ਤਾਂ ਉਹਦੀ ਸਲੋਪ ਕੀ ਹੁੰਦੀ ਹੈ, ਰੈਸੀਪ੍ਰੋਕਲ ਕਰ ਦਿਆ ਕਰਿਓ ਤੇ ਨੈਗੇਟਿਵ ਕਰ ਦਿਆ ਕਰਿਓ। ਯਾਦ ਆ ਗਿਆ ਪਹਿਲੇ ਦੂਜੇ ਸਵਾਲ ਹੀ। ਇਹਦੀ 0 ਹੈ ਤਾਂ ਆਹ ਲਾਈਨ ਇਹਦੇ ਪਰਪੈਂਡੀਕੂਲਰ ਹੈ, ਤਾਂ ਇਹਦੀ ਸਲੋਪ ਕਿੰਨੀ ਆਊਗੀ? ਨਾਲੇ ਤਾਂ ਕਹਿੰਦਾ ਨੈਗੇਟਿਵ ਕਰ ਦੇ, ਨਾਲੇ ਰੈਸੀਪ੍ਰੋਕਲ ਕਰ ਦੇ, ਆਊਗੀ। ਇਧਰਲੀ ਸਾਈਡ ਦੀ ਵੀ ਆਹੀ ਆਊਗੀ, ਪਤਾ ਲੱਗ ਗਿਆ। ਹਾਂ ਇਧਰਲੀ ਸਾਈਡ ਦੀ ਫਿਰ ਨਹੀਂ ਮਿਰਰ ਨਹੀਂ, ਆਪਾਂ ਉਹ ਤਾਂ ਵੈਸੇ ਆਪਾਂ ਉੱਥੇ ਲਾਇਆ ਸੀਗਾ। ਇਹਦੀ ਵੀ ਸੇਮ ਹੀ ਆਊਗੀ ਕਿਉਂਕਿ ਆਪਾਂ ਇਹ ਸਾਈਡ ਦੇ ਹਿਸਾਬ 'ਚ ਹੀ ਦੇਖਣਾ ਇਹਨੂੰ। ਇਹਦੇ ਹਿਸਾਬ ਤੇ ਇਹਨੂੰ ਇਹਦੇ ਹਿਸਾਬ 'ਚ ਪਤਾ ਲੱਗ ਗਿਆ। ਉਹਦਾ ਢਲਾਣ ਸੀ ਨਾ, ਢਲਾਣ ਇਹਦਾ 90 ਡਿਗਰੀ ਦੀ ਹੈ ਕੰਮ, ਇਹ ਪਰਪੈਂਡੀਕੂਲਰ ਬਣ ਗਿਆ, ਢਲਾਣ ਨਹੀਂ ਰਹੀ। ਜਿਹੜੀ ਜਮਾ ਆਏ ਹੋ ਜਾਂਦੀ ਉਹ ਢਲਾਣ ਥੋੜੀ ਹੁੰਦੀ ਹੈ, ਉਹਦਾ ਹਾਈਟ ਹੁੰਦੀ ਹੈ। ਇਹਦਾ ਇਨਫਿਨਿਟੀ ਲਿਖਾਂਗੇ ਆਪਾਂ, ਜਾਂ ਨਾਟ ਡਿਫਾਈਨਡ ਐਨਡੀ ਜਾਂ ਇਨਫਿਨਿਟੀ। ਦੇਖੋ ਧਿਆਨ ਨਾਲ, ਢਲਾਣ ਦਾ ਮਤਲਬ ਹੁੰਦਾ ਕੋਈ ਢਲਾਣ, ਕੋਈ ਐਂਗਲ ਹੋਵੇ। ਜਿਹੜੀ ਆਏ ਸਿੱਧੀ ਉਹ ਤਾਂ ਪਰਪੈਂਡੀਕੂਲਰ ਹੀ ਹੋ ਗਿਆ, ਤੇ ਪਰਪੈਂਡੀਕੂਲਰ ਦਾ ਫਾਰਮੂਲਾ ਕੀ ਸੀ? ਕਹਿੰਦਾ ਨਾਲੇ ਤਾਂ ਰੈਸੀਪ੍ਰੋਕਲ ਕਰਦੇ ਤੇ ਨਾਲੇ ਨੈਗੇਟਿਵ ਕਰਦੇ। ਆਪਾਂ ਕਰਤੇ, ਪਤਾ ਲੱਗ ਗਿਆ। ਦੇਖੋ ਕੀ ਹੈ ਕੁਐਸਚਨ 15ਵਾਂ। ਇਹ ਹੈਗਾ 5 ਤੇ 4, B ਹੈਗਾ -3 ਤੇ -2, C ਹੈਗਾ 1 -7। ਇਹ ਇੱਕ ਟ੍ਰਾਇੰਗਲ ਦੇ ਵਰਟੀਸਸ ਹੈ। ਆਪਾਂ ਕੀ ਕਰਨਾ, ਐਲਟੀਟਿਊਡ AB ਦੀ ਆਪਾਂ ਸਲੋਪ ਲੱਭਣੀ ਹੈ। ਪਹਿਲਾਂ ਇਹਦੀ ਸਲੋਪ ਲੱਭਣ ਨੂੰ ਆਖਿਆ, ਫਿਰ ਸਲੋਪ ਆਫ ਦੀ ਮੀਡੀਅਨ AD, ਫਿਰ ਇਹਦੀ ਸਲੋਪ ਲੱਭਣ ਨੂੰ ਆਖੂਗਾ, ਆ D ਹੈ, ਠੀਕ ਹੈ। ਪਤਾ ਲੱਗ ਰਿਹਾ ਕਿ ਨਹੀਂ? ਸਮਝ ਆ ਰਿਹਾ ਕਿ ਨਹੀਂ ਆ ਰਿਹਾ? ਦੱਸੋ AB ਦੀ ਸਲੋਪ ਕਿੰਨੀ ਆਈ? ਫਿਰ AB ਦੀ ਸਲੋਪ ਤਾਂ ਦੱਸੋ ਫਿਰ। ਆਪਾਂ D ਪੁਆਇੰਟ ਦੀ ਕਿਵੇਂ ਕੱਢੀ ਹੈ? ਕਿਉਂਕਿ ਉਹ B ਦੇ ਪਰਪੈਂਡੀਕੂਲਰ ਹੈ, B ਦੇ ਪਰਪੈਂਡੀਕੂਲਰ ਸੀ। ਇਹਦੀ ਸਲੋਪ ਦਾ ਨਾਲੇ ਤਾਂ ਆਪਾਂ ਰੈਸੀਪ੍ਰੋਕਲ ਕਰਤਾ ਤੇ ਨਾਲੇ ਆਪਾਂ ਨੈਗੇਟਿਵ ਕਰਤਾ, ਯਾਨੀ ਕਿ D ਦੀ ਸਲੋਪ ਕਿੰਨੀ ਆ ਗਈ? -4/3। ਮਿਡ ਪੁਆਇੰਟ ਤੂੰ ਕੀ ਕਹਿ ਰਹੀ? ਮਿਡ ਪੁਆਇੰਟ ਕਿਵੇਂ? ਅਗਲਾ ਮਿਡ ਪੁਆਇੰਟ ਲੱਗ ਗਿਆ ਬਈ, ਉਹਨਾਂ ਦੋਨਾਂ ਨੂੰ ਲੱਗ ਕਿੰਨਾ ਚ? AC ਦੀ ਸਲੋਪ ਦੇਖਦੇ ਆ। -8 ਚੋਂ -4 ਕੱਢਤੇ, ਇੱਕ ਦੇ ਵਿੱਚੋਂ 5 ਕੱਢਤਾ, ਇੱਥੇ ਆ ਗਿਆ -12, ਇੱਥੇ ਆ ਗਿਆ -4, ਸਲੋਪ ਆ ਗਈ 3। ਹਾਂ ਜੇ ਉਹਨੇ ਪੁੱਛਿਆ ਹੁੰਦਾ ਲਾਈਨ ਪਰਪੈਂਡੀਕੂਲਰ ਟੂ AC, ਫਿਰ ਭਾਵੇਂ ਆਪਾਂ ਸਲੋਪ ਕਿੰਨੀ ਬੋਲਦੇ? ਲਾਈਨ ਪੈਰਲਲ ਟੂ AC ਦੀ ਸਲੋਪ ਦੱਸ ਕਿੰਨੀ ਆ?
ਸਰ ਉਹ ਫਿਰ ਤੂੰ ਧਿਆਨ ਦੇ ਇੱਕ ਮਿੰਟ ਪਹਿਲਾਂ ਸਵਾਲ ਦੁਬਾਰਾ ਸੁਣ ਏਸੀ ਦੀ ਸਲੋਪ ਉਹਨੂੰ ਪਰਪੈਂਡੀਕੂਲਰ ਮੰਨ ਲੈਣਾ ਉਹਦੀ ਸਲੋਪ ਦਾ ਆਪਾਂ ਕੀ ਮੰਨ ਲੈਣਾ ਪਰਪੈਂਡੀਕੂਲਰ ਤੇ ਆਪਾਂ ਤੁਹਾਨੂੰ ਦੱਸਿਆ ਜਦੋਂ ਪਰਪੈਂਡੀਕੂਲਰ ਹੋਊਗਾ ਉਹਦੇ ਨਾਲੇ ਤਾਂ ਆਪਾਂ ਰੈਸੀਪ੍ਰੋਕਲ ਕਰ ਦਾਂਗੇ ਨਾਲੇ ਆਪਾਂ ਕੀ ਕਰ ਦਾਂਗੇ ਨੈਗੇਟਿਵ ਇਹਦਾ ਰੈਸੀਪ੍ਰੋਕਲ ਕੀਤਾ 4/3 ਇਹਦਾ ਨੈਗੇਟਿਵ ਕੀਤਾ -4/3 ਆ ਗਈ ਇਹਦੀ ਸਲੋਪ। ਹੁਣ ਜਿੱਥੇ ਐਲਟੀਟਿਊਡ ਆ ਗਿਆ ਆਪਾਂ ਕੀ ਕਰਨਾ ਉਹਨੂੰ ਪਰਪੈਂਡੀਕੂਲਰ ਮੰਨ ਲੈਣਾ ਪਤਾ ਲੱਗ ਗਿਆ। ਹੁਣ ਅੱਗੇ ਆਉਣੇ ਆਪਾਂ ਡੀ ਦੀ ਸਲੋਪ ਕੱਢਣੀ ਹੈ ਕਾਦੀ ਕੱਢਣੀ ਹੈ ਡੀ ਦੀ। ਚਲੋ ਡੀ ਦੀ ਆਪਾਂ ਰੁਪਿੰਦਰ ਦੇ ਤਰੀਕੇ ਨਾਲ ਹੀ ਕਰਕੇ ਦੇਖਦੇ ਹਾਂ। ਇਹਦਾ ਤਰੀਕਾ ਕੀ ਸੀ ਵੀ ਜਿਹੜਾ ਮੀਡੀਅਨ ਹੁੰਦਾ ਨਾ ਮੀਡੀਅਨ ਇਸ ਲਾਈਨ ਦਾ ਆਹ ਮਿਡ ਪੁਆਇੰਟ ਹੋਊਗਾ ਡੀ ਪੁਆਇੰਟ ਤੇ ਮਿਡ ਪੁਆਇੰਟ ਫਾਰਮੂਲੇ ਨਾਲ ਆਪਾਂ ਡੀ ਪੁਆਇੰਟ ਕੱਢਾਂਗੇ। ਮਿਡ ਪੁਆਇੰਟ ਫਾਰਮੂਲਾ ਤੁਹਾਨੂੰ ਮੈਂ ਪਰਸੋਂ ਚੌਥੇ ਦੱਸਿਆ ਸੀਗਾ x1 + x2 ਬਟਾ 2 ਠੀਕ ਹੈ -3 + 1 ਬਟਾ 2 -2 + -8 ਬਟਾ 2 ਇਹ ਕਿੰਨਾ ਆ ਗਿਆ -2 ਬਟਾ 2 ਆ ਗਿਆ ਇਹ ਆ ਗਿਆ -1 ਇਹ ਕਿੰਨਾ ਆ ਗਿਆ -2 -8 -10 ਬਟਾ 2 ਆ ਗਿਆ ਯਾਨੀ ਕਿ ਇਹ ਆ ਗਿਆ -5 ਇਹ ਡੀ ਪੁਆਇੰਟ ਆ ਗਿਆ ਡੀ ਪੁਆਇੰਟ। ਹੁਣ ਆਪਾਂ ਨੂੰ ਪੁੱਛਦਾ ਸਲੋਪ ਆਫ ਏਡੀ ਇਹ ਹੈਗਾ 5 4 ਇਹਨੂੰ ਆਪਾਂ ਇੱਥੇ ਲਿਖਿਆ ਰਹਿਣ ਦਿੰਦੇ ਡੀ ਹੈਗਾ -1 -5 ਆ ਹੈਗਾ x1 ਆ y1 ਆ x2 ਆ y2 ਫਾਰਮੂਲਾ ਕੀ ਹੁੰਦਾ ਸਲੋਪ ਦਾ y2 - y1 ਦੇਖੋ -5 -4 -1 -5 ਇਹ ਕਿੰਨਾ ਆ ਗਿਆ -9 ਬਟਾ -6 ਮਾਈਨਸ ਕੱਟੇ ਗਏ 3/2 ਪਤਾ ਲੱਗ ਗਿਆ ਇੰਨਾ ਹੀ ਸੀ ਆਨਸਰ ਬੱਚੇ। ਠੀਕ ਹੈ ਹੁਣ ਉਹਨੇ ਬੰਦੇ ਨੇ ਆਖਿਆ AC ਦੇ ਪੈਰਲਲ ਦੀ ਸਲੋਪ ਕੱਢਣੀ ਆ ਆਪਾਂ। AC ਦੇ ਪੈਰਲਲ ਦੀ ਸਲੋਪ ਦਾ ਆਨਸਰ ਕਿੰਨਾ ਸੀ ਕਿਉਂਕਿ AC ਦੀ ਸਲੋਪ ਆਪਾਂ 3 ਕੱਢੀ ਹੈ A ਅਤੇ C ਦੀ ਆ ਹੋ ਗਿਆ ਐਤਕੀ x2 ਆ ਹੋ ਗਿਆ y2 -8 AC ਇੰਨੀ ਹਾਂ -8 -4 1 -5 ਇਹ ਆ ਗਿਆ -12 ਬਟਾ -4 ਇਹ ਆ ਗਿਆ 3 ਤੇ ਜੇ ਕੋਈ ਵੀ ਲਾਈਨ ਇਹਦੇ ਪੈਰਲਲ ਹੋਊਗੀ ਤਾਂ ਉਹਦੀ ਵੀ ਸਲੋਪ 3 ਹੀ ਆਊਗੀ ਪਤਾ ਲੱਗ ਗਿਆ। ਜੇ ਕੋਈ ਵੀ ਲਾਈਨ ਇਹਦੇ ਪਰਪੈਂਡੀਕੂਲਰ ਹੋਊਗੀ ਤਾਂ ਉਹਦੀ ਸਲੋਪ ਕਿੰਨੀ ਆਊਗੀ -1/2 ਵੈਰੀ ਗੁੱਡ ਯਾਰ ਠੀਕ ਹੈ। ਜੇ ਕੋਈ ਵੀ ਲਾਈਨ ਇਹਦੇ ਪੈਰਲਲ ਹੋਊਗੀ ਕਿੰਨੀ ਆਊਗੀ 19 ਆਊਗੀ ਪਤਾ ਲੱਗ ਗਿਆ ਕਿਉਂਕਿ ਜਦੋਂ ਕੋਈ ਵੀ ਲਾਈਨ ਪੈਰਲਲ ਹੁੰਦੀ ਹੈ ਤਾਂ ਉਨੀ ਹੀ ਸਲੋਪ ਆਉਂਦੀ ਹੈ। ਜੇ ਪਰਪੈਂਡੀਕੂਲਰ ਹੋਵੇ ਤਾਂ ਰੈਸੀਪ੍ਰੋਕਲ ਕਰ ਦਿਓ ਤੇ ਨਾਲੇ ਕਰ ਦਿਓ ਨੈਗੇਟਿਵ। ਜੇ ਐਲਟੀਟਿਊਡ ਲਿਖਿਆ ਹੋਵੇ ਤਾਂ ਵੀ ਆਪਾਂ ਪਰਪੈਂਡੀਕੂਲਰ ਵਾਲਾ ਸਿਸਟਮ ਹੀ ਲਾਉਣਾ ਪਤਾ ਲੱਗ ਗਿਆ। ਇਹ ਸੀਗਾ ਆਪਣਾ ਆਫ ਦਾ ਸਾਈਡ BC ਆਫ ਅ ਰੈਕਟੈਂਗਲ ਇਜ਼ 2/3 2/3 ਉਹ ਪੁੱਛਦਾ ਕੀ ਹੈ ਇੱਕ ਤਾਂ ਸਲੋਪ ਪੁੱਛੂਗਾ ਆਪਣੇ ਤੋਂ AB ਦੀ ਇੱਕ ਪੁੱਛਦਾ ਹੈ AD ਦੀ। ਇਹ ਆਪਾਂ ਬਿਨਾ ਕੈਲਕੂਲੇਟ ਕਰੇ ਹੀ ਆਪਾਂ ਇਹਦੀ ਸਲੋਪ ਦੱਸ ਸਕਦੇ ਹਾਂ। ਇੱਕ ਮਿੰਟ ਚੁੱਪ ਕਰੋ ਜਿਹਨੂੰ ਪੁੱਛੂਗਾ ਉਹੀ ਦੱਸੂਗਾ। ਆ ਸਵਾਲ ਜੇ ਨਹੀਂ ਨੋਟ ਹੋਇਆ ਤਾਂ ਰਿਕਾਰਡਰ ਲੈਕਚਰ ਚੋਂ ਕਰ ਲਿਓ। ਇੱਥੋਂ ਸਹੀ ਤਰੀਕੇ ਨਾਲ ਨੋਟ ਕਰਨਾ ਸ਼ੁਰੂ ਕਰੋ। ਇਹ ਹੈਗਾ 16ਵਾਂ ਕੁਐਸਚਨ। ਆਪਾਂ ਨੂੰ BC ਦੀ ਸਲੋਪ ਦਿੱਤੀ ਹੈ ਠੀਕ ਹੈ ਆਪਾਂ ਕੱਢਣੀ ਹੈ AB ਦੀ। ਬਾਵਿਨ ਦੱਸ AB ਦੀ ਕਿੰਨੀ ਆਊਗੀ ਕੋਈ ਨਾ ਬੋਲਿਓ ਹੋਰ। ਬਾਵਿਨ ਕਹਿੰਦਾ 0 ਆਊਗੀ। AB ਦੀ ਸਲੋਪ ਦਾ ਤੂੰ ਕੀਤਾ ਰਹਿਣ ਦੇ ਤੂੰ ਕਰੀ ਬੈਠਾ। ਤੂੰ ਦੱਸ ਯਾਦਵਿੰਦਰ ਕਿੰਨੀ ਆ -3 ਆਊਗੀ ਯਾਦਵਿੰਦਰ ਕਹਿੰਦਾ। ਤੁਸੀਂ ਦੱਸੋ ਬੱਲਿਆ ਕਿੰਨੀ ਆਊਗੀ -3/2 ਸਰ। ਤੁਸੀਂ ਦੱਸੋ ਕਿੰਨੀ ਆਊਗੀ ਇਹਦੀ ਸਲੋਪ ਇਹਦੀ 2/3 ਹੈ ਇਹਦੀ ਕਿੰਨੀ ਆਊਗੀ ਛੇਤੀ ਦੱਸੋ। 17ਵੇਂ ਦਾ ਪਹਿਲਾ ਪਾਠ ਦੇਖਦੇ ਹਾਂ। ਇਹ ਹੈਗਾ -3 -2 B ਹੈਗਾ 1 2 ਨਾਲੇ ਤਾਂ ਆਪਾਂ ਸਲੋਪ ਕੱਢਣੀ ਹੈ ਤੇ ਨਾਲੇ ਇਨਕਲੀਨੇਸ਼ਨ ਮਤਲਬ ਉਸ ਢਲਾਣ ਦਾ ਐਂਗਲ ਉਸ ਢਲਾਣ ਦਾ ਥੜੀ ਦਾ ਐਂਗਲ। ਸਲੋਪ ਦਾ ਮਤਲਬ ਕੀ ਹੁੰਦਾ ਢਲਾਣ ਹੀ ਤਾਂ ਹੁੰਦਾ ਹੈ। ਪਹਿਲਾਂ ਦੀ ਸਲੋਪ ਕੱਢੋ ਆ x1 ਹੈ y1 ਹੈ x2 y2 ਦੋਵਾਂ ਦੇ ਵਿੱਚੋਂ ਆਪਾਂ 2 ਮਾਈਨਸ ਕਰਨੇ ਆ ਪਰ ਇਹ ਤਾਂ ਪਹਿਲਾਂ ਹੀ ਮਾਈਨਸ ਚਾਹੇ ਪਲੱਸ ਹੋ ਜਾਊਗਾ। ਇੱਕ ਦੇ ਵਿੱਚੋਂ 3 ਘਟਾਉਣਾ ਸੀ 3 ਪਹਿਲਾਂ ਹੀ ਮਾਈਨਸ ਚਾਹੇ ਪਲੱਸ ਹੋ ਜਾਊਗਾ 2 ਤੇ 2 4 1 ਤੇ 3 4 ਇਹ ਆ ਗਿਆ 1 ਸਲੋਪ ਕਿੰਨੀ ਆ ਗਈ 1 ਤੇ tan ਥੀਟਾ ਦੇ ਵਿੱਚ 1 ਕਿੰਨੇ ਡਿਗਰੀ ਤੇ ਹੁੰਦਾ tan 45 ਕੀ ਹੁੰਦਾ 1 ਹੁੰਦਾ
ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਇਨਕਲੀਨੇਸ਼ਨ ਕਿੰਨੀ ਹੈ ਜੀ ਇਹਦੀ 45 ਡਿਗਰੀ। ਇਨਕਲੀਨੇਸ਼ਨ ਮਤਲਬ ਢਲਾਣ ਦਾ ਐਂਗਲ ਪਤਾ ਲੱਗ ਗਿਆ। ਇਹ ਸੀ ਪਹਿਲਾ ਸਵਾਲ, ਇਹਨੂੰ ਨੋਟ ਕਰੋ ਛੇਤੀ। ਦੇਖੋ ਉੱਪਰ ਕੀ ਲਿਖਾਂਗੇ ਆਪਾਂ y2 ਮਾਈਨਸ y1, 0 ਦੇ ਵਿੱਚੋਂ ਮਾਈਨਸ 3 ਘਟਾਉਣਾ ਹੈ। ਇਹ ਇਕੱਲਾ √3 ਆ ਜਾਊਗਾ, ਪਤਾ ਲੱਗ ਗਿਆ, ਇਕੱਲਾ √3 ਆ ਜਾਊਗਾ ਕਿਉਂਕਿ 0 ਮਾਈਨਸ ਇਹ ਪਲੱਸ ਹੋ ਗਿਆ ਤੇ √3 ਰਹਿ ਗਿਆ। ਥੱਲੇ ਆਪਾਂ 3 ਦੇ ਵਿੱਚੋਂ 0 ਘਟਾਉਣਾ, ਥੱਲੇ ਇਕੱਲਾ 3 ਰਹਿ ਗਿਆ। ਇਹ ਆਪਣੇ ਕੋਲੇ ਆਨਸਰ ਆ ਗਿਆ। ਹੁਣ ਤੁਸੀਂ ਦੱਸੋ ਵੀ ਟੈਨ ਥੀਟਾ 'ਚ ਇਹੋ ਜਿਹਾ ਕੁਝ ਹੁੰਦਾ ਕਿਤੇ? ਟੈਨ ਥੀਟਾ 'ਚ ਇਹੋ ਜਿਹਾ ਕੁਝ ਹੁੰਦਾ? ਨਹੀਂ ਹੁੰਦਾ। ਟੈਨ ਥੀਟੇ 'ਚ ਆਪਾਂ ਦੇਖਦੇ ਹਾਂ, ਆਪਾਂ ਇਹਨੂੰ ਸਿੰਪਲੀਫਾਈ ਕਰਾਂਗੇ ਫਿਰ ਕੁਛ ਨਾ ਕੁਛ ਆਪੇ ਆ ਜਾਊਗਾ। 3 ਨੂੰ ਆਪਾਂ ਕੀ ਲਿਖ ਸਕਦੇ ਹਾਂ? √3 × √3 ਲਿਖ ਸਕਦੇ ਹਾਂ। 1 √3 ਕੱਟਿਆ ਗਿਆ, ਦੋਨੇ ਆ ਕੱਟੇ ਗਏ, ਮਤਲਬ ਆਨਸਰ ਆ ਗਿਆ 1/√3। ਆ ਹੁਣ ਕਿਤੇ ਨਾ ਕਿਤੇ ਟੈਨ ਥੀਟਾ 'ਚ ਪਿਆ ਹੋਊਗਾ 30 ਤੇ। ਠੀਕ ਹੈ, ਤਾਂ ਆਪਾਂ ਨੂੰ ਸਲੋਪ ਤਾਂ ਆ ਗਈ ਆਹ ਤੇ ਇਨਕਲੀਨੇਸ਼ਨ ਆ ਗਈ 30। ਬਸ ਆਹ ਕੁਐਸਚਨ, ਸਵਾਲ ਸਮਝ ਆ ਗਿਆ? ਇਹਨੂੰ ਵੀ ਤਾਰੋ ਛੇਤੀ। ਹੁਣ ਅਗਲਾ ਕੁਐਸਚਨ ਨਾ ਮੈਂ ਤੁਹਾਨੂੰ ਰਕਮ ਇੱਥੇ ਲਿਖ ਦਿੰਦਾ, ਸਿੰਪਲੀਫਾਈ ਤੁਸੀਂ ਆਪ ਕਰਨਾ ਕਿਉਂਕਿ ਕੈਲਕੂਲੇਸ਼ਨ ਸ਼ੀਟਾਂ ਵਾਲਾ ਸਵਾਲ ਹੀ ਬਣ ਗਿਆ ਤਾਂ ਨਹੀਂ ਹੈਗਾ ਆਪਾਂ। ਠੀਕ ਹੈ, -1, 2√3 -2, √3 ਕਰਨਾ ਕੀ ਆਪਾਂ? ਆ y2 ਹੈ, ਆ y1 ਹੈ, √3 ਦੇ ਵਿੱਚੋਂ ਆਪਾਂ -2 √3 ਕਰਨਾ। ਆ x2 ਹੈ, ਆ x1 ਹੈ, -2 -1। ਇੱਥੇ ਮੈਂ ਹੁਣ ਪਲੱਸ ਹੀ ਲਿਖ ਦਿੰਦਾ। ਠੀਕ ਹੈ, ਜਵਾਕਾਂ ਵਾਲੀਆਂ ਗੱਲਾਂ ਨਹੀਂ ਆਪਾਂ ਰਿਪੀਟ ਕਰ ਸਕਦੇ ਇਹਨਾਂ ਕੋਲ। ਹੁਣ ਆ 1 √3 ਹੈ ਤੇ ਆ 2 √3 ਹੈ। ਜਦੋਂ 1 ਚੋਂ ਆਪਾਂ 2 ਘਟਾਵਾਂਗੇ ਤਾਂ ਕੀ ਬਚਦਾ ਹੁੰਦਾ? -1 ਬਚਦਾ ਹੁੰਦਾ। ਠੀਕ ਹੈ, ਆ ਚੱਕੋ ਆਪਾਂ -1 √3 ਬਚਾਤਾ ਤੇ ਥੱਲੇ ਕੀ ਬਣ ਗਿਆ? ਇਕੱਲਾ -1। ਆ ਮਾਈਨਸ ਤੇ ਮਾਈਨਸ ਕੱਟਿਆ ਗਿਆ ਤੇ ਆਨਸਰ ਕਿੰਨਾ ਆ ਗਿਆ? ਇਕੱਲਾ √3। ਹੁਣ √3 ਟੈਨ 'ਚ ਕਿੱਥੇ ਜੇ ਆਉਂਦਾ? 60 ਦੇ ਵਿੱਚ। ਤਾਂ ਇਹਦੀ ਢਲਾਣ ਹੈਗੀ ਆ 60 ਡਿਗਰੀ ਦੀ। ਸੌਖਾ ਕੁਐਸਚਨ ਸੀਗਾ, ਪਤਾ ਲੱਗ ਗਿਆ? ਨਹੀਂ ਸਮਝ ਆਇਆ ਦੁਬਾਰੇ ਦੱਸ ਦਿੰਦੇ ਆ। ਆਇਆ ਨਹੀਂ ਆਪਣੀ ਸਮਝ? ਦੁਬਾਰੇ ਆ ਜਾਓ। ਆ x1 ਹੈ, ਠੀਕ ਹੈ, ਆ y1 ਹੈ, ਆ x2 ਹੈ, ਆ y2 ਹੈ। 2 ਮਿੰਟ ਧਿਆਨ ਨਾਲ ਦੇਖੋ। y2 y1, y2 y1। ਆ √3 ਇੱਕ ਵਾਰੀ ਆ, ਆ √3 2 ਵਾਰੀ ਹੈ। ਇੱਕ ਵਾਰੀ ਜਦੋਂ 2 ਵਾਰੀਆਂ ਕੱਢਦੇ ਆ ਤਾਂ ਇੱਕ ਵਾਰੀ ਰਹਿ ਜਾਂਦੀ ਪਰ ਮਾਈਨਸ 'ਚ। ਪਤਾ ਲੱਗ ਗਿਆ ਨਾ? ਥੱਲੇ ਤਾਂ ਸਿੰਪਲ ਹੀ ਸੀ, ਆਪਾਂ ਕਟਿੰਗ ਕਰ ਆਨਸਰ ਆ ਗਿਆ। ਆ ਜਾਓ ਇੱਧਰ। ਆ 3 ਪੁਆਇੰਟ ਹੈ, ਇਹ ਕੋਲੀਨੀਅਰ ਹੈ। ਕੋਲੀਨੀਅਰ ਮਤਲਬ ਇੱਕੋ ਲਾਈਨ ਦੇ ਉੱਤੇ, ਤੇ ਆਪਾਂ A ਦੀ ਵੈਲਿਊ ਕੱਢਣੀ ਹੈ। ਠੀਕ ਹੈ, ਜਦੋਂ ਕੋਲੀਨੀਅਰ ਹੁੰਦੇ ਆ ਤਾਂ ਮਤਲਬ ਕੀ ਹੁੰਦਾ ਵੀ ਜਿਹੜੀ ਇਹਨਾਂ ਦੋਨਾਂ ਦੀ ਸਲੋਪ ਆਊਗੀ ਉਹ ਇਹਨਾਂ ਦੋਨਾਂ ਦੀ ਸਲੋਪ ਦੇ ਬਰਾਬਰ ਹੋਊਗੀ। ਠੀਕ ਹੈ, ਤਾਂ ਆਪਾਂ A ਦੀ ਵੈਲਿਊ ਕੱਢਣੀ ਹੈ। ਆਪਾਂ ਕੱਢ ਸਕਦੇ ਹਾਂ, ਹਿੰਟ ਮੈਂ ਤੁਹਾਨੂੰ ਦੇਦਾ, ਛੇਤੀ ਕਰੋ। ਦੇਖਾਂਗੇ ਅੱਜ ਕੀ ਕੌਣ ਆਉਂਦਾ। ਆ ਜਾਓ, ਸਮਝੋ ਇਹਨੂੰ। ਆਪਾਂ ਇਹਨਾਂ ਦੋਨਾਂ ਦੀ ਸਲੋਪ ਕੱਢਦੇ ਹਾਂ। -1 -3 ਯਾਨੀ ਕਿ -1 ਤਾਂ ਮਾਈਨਸ ਦਾ 3 ਪਲੱਸ ਦਾ ਹੋ ਗਿਆ, ਉੱਤੇ ਕਿੰਨਾ ਆ ਗਿਆ? 2। ਨਹੀਂ ਗਲਤ ਹੋ ਗਿਆ। -1 -2 ਕਰਨਾ ਸੀ, ਇਹ ਆ ਗਿਆ -3। ਆ y2 ਹੈ, ਆ y1 ਹੈ। -1 -2 -3 ਆ ਗਿਆ। ਦੋਵਾਂ ਦੇ ਵਿੱਚੋਂ ਆਪਾਂ 3 ਘਟਾਉਣੇ, 3 ਤਾਂ ਪਹਿਲਾਂ ਹੀ ਮਾਈਨਸ ਦੇ ਆ, ਇਹ 3 ਐਡ ਹੋ ਜਾਣਗੇ। ਪਤਾ ਲੱਗ ਗਿਆ? ਇਹ ਇਹਨਾਂ ਦੋਨਾਂ ਦੀ ਸਲੋਪ ਆ ਗਈ। ਉਸ ਤੋਂ ਬਾਅਦ ਚ ਆਪਾਂ ਸਲੋਪ ਵਾਲਾ ਫਾਰਮੂਲਾ ਇਹਨਾਂ ਦੋਨਾਂ ਤੇ ਅਪਲਾਈ ਕਰ ਦੇਣਾ ਤੇ ਬਰਾਬਰ ਰੱਖ ਦੇਣਾ ਇਹਦੇ। ਦੇਖੋ ਕਿਵੇਂ, ਚੁੱਪ ਕਰੋ ਇੱਧਰ ਦੇਖੋ। 4 -1 ਇਹ ਪਲੱਸ ਦਾ ਹੀ ਹੋ ਗਿਆ। A -2 ਬਰਾਬਰ ਹੈ -3/5 ਦੇ। ਇੱਥੇ ਬਣ ਗਿਆ 5, ਇੱਥੇ ਬਣ ਗਿਆ A -2, ਇੱਥੇ ਹੈਗਾ -3/5। ਆ ਕ੍ਰਾਸ ਮਲਟੀਪਲਾਈ ਹੋ ਗਿਆ। ਠੀਕ ਹੈ, ਇਹ ਬਣ ਗਿਆ 25 ਬਰਾਬਰ ਹੈ -3 ਨੂੰ A ਨਾਲ ਕੀਤਾ, -3A ਆ ਗਿਆ। -3 ਨੂੰ -2 ਨਾਲ ਕੀਤਾ, ਇਹ ਆ ਗਿਆ ਪਲੱਸ ਦਾ 6। ਵਿੱਚ ਨਾ ਬੋਲੋ, ਆਉਂਦਾ ਮੈਨੂੰ ਵੀ, ਕੋਈ ਨਹੀਂ। ਹਾਂ 6 ਆਪਾਂ ਇੱਧਰ ਕੀਤਾ, 25 ਜੋ ਘਟ ਗਿਆ। ਠੀਕ ਹੈ, 19 ਦੇ 6 25 ਹੁੰਦੇ ਆ। 19 ਬਰਾਬਰ -3A ਆ ਗਿਆ। A ਦੀ ਵੈਲਿਊ ਆ ਗਈ 19/3 ਮਾਈਨਸ ਦਾ 6। ਪਤਾ ਲੱਗ ਗਿਆ? ਦੈਟਸ ਇਟ। ਇਹ ਸੀਗਾ ਸਵਾਲ। ਜਿਹਦੇ ਨਹੀਂ ਸਮਝ ਆਇਆ ਦੁਬਾਰੇ ਪੁੱਛ ਸਕਦਾ। ਆਪਾਂ ਇਹਦੀ ਸਲੋਪ ਕੱਢੀ,
ਇਹਦੀ ਸਲੋਪ ਕੱਢਣ ਵਾਲਾ ਫਾਰਮੂਲਾ ਲਾਇਆ ਤੇ ਜਿੰਨੀ ਸਲੋਪ ਆਈ ਸੀ ਉਹ ਬਰਾਬਰ ਰੱਖੀ, ਫਿਰ ਕ੍ਰਾਸ ਮਲਟੀਪਲਾਈ ਆਈ ਤੇ a ਦੀ ਵੈਲਿਊ ਆ ਗਈ। ਠੀਕ ਹੈ, ਇਹਨੂੰ ਨੋਟ ਕਰੋ ਛੇਤੀ। ਆਹ 3 ਪੁਆਇੰਟ ਹੈ। ਠੀਕ ਹੈ, ਸਮਝੋ ਪਹਿਲਾਂ ਕੁਐਸਚਨ ਨੂੰ। ਇਹ ਇੱਕੋ ਲਾਈਨ ਦੇ ਉੱਤੇ ਹੈ ਤੇ ਆਪਾਂ k ਦੀ ਵੈਲਿਊ ਕੱਢਣੀ ਹੈ। ਹਿੰਟ ਦੇਖੋ ਉਹੀ ਹੈ ਪੁਰਾਣਾ, ਆਪਾਂ ਇਹਨਾਂ ਦੀ ਸਲੋਪ ਦਾ ਫਾਰਮੂਲਾ ਲਾਵਾਂਗੇ, ਇਹਨਾਂ ਦੀ ਸਲੋਪ ਦਾ ਫਾਰਮੂਲਾ ਲਾਵਾਂਗੇ ਤੇ ਦੋਨਾਂ ਨੂੰ ਰੱਖਾਂਗੇ ਬਰਾਬਰ, ਆਪਣੇ ਕੋਲ k ਦੀ ਵੈਲਿਊ ਆ ਜਾਊਗੀ। ਛੇਤੀ ਕਰੋ। ਆਪਾਂ ਇਹਨਾਂ ਦੋਨਾਂ ਦੇ ਸਲੋਪ ਦਾ ਫਾਰਮੂਲਾ ਲਾਉਣੇ ਆ। ਆ y2 ਆ y1 ਹੈ, -4 - 3 ਬਟਾ 2 - k। ਬਸ ਇਹ ਤੋਂ ਵੱਧ ਸੋਲਵ ਨਹੀਂ ਹੋ ਸਕਦਾ। ਹੁਣ ਇਹਨਾਂ ਦੋਨਾਂ ਦੇ ਲਾਵਾਂਗੇ। ਆ y2 ਹੈ, ਆ y1 ਹੈ, -2 - -4 यानी कि -2 + 4 आ गया। आ x2 है, -k + 1 - 2 पता लग गया। आप जस्ट फॉर्मूला लाया तो बराबर आप रखते, क्योंकि ये कोलिनियर उन्होंने आखी है। आ बन गया -7, इत्थे आ गया 2 - k। ठीक है, इत्थे बन गया कल्ला 2, इत्थे बन गया -k - 1। ठीक है, सही है तो दिक्कत। उदों अगे आओ, आप की करा क्रॉस मल्टीप्लाई कर देंगे। पहला आप ये करना होंगे, ये भी बेस दसी है ना, कई लोग ऐ कर देंगे पर ज़्यादा बैटर इतने बाद च पता लगता अपन बड़े हाई लैवल सवालों के। -7 किया -7 - k +7 k आ गया, -7 -1 किया +7 आ गया, 2 ਨੂੰ 2 ਨਾਲ ਕੀਤਾ 4 - 2 k आ गया। ਹੁਣ ਕੀ ਕਰਾਂਗੇ ਆਪਾਂ 2 k ਨੂੰ ਇੱਧਰ ਲਿਆਵਾਂਗੇ, ਇਹ ਮਾਈਨਸ ਦੀ ਹੈ, ਇਹ ਪਲੱਸ ਦੀ ਹੋ ਜੂਗੀ। 7 ਅਤੇ 2 ਹੋ ਗਏ 9 k। ਆ 7 ਨੂੰ ਆਪਾਂ ਇੱਧਰ ਲੈ ਗਏ, ਇਹ ਪਲੱਸ ਦਾ, ਇਹ ਮਾਈਨਸ ਦਾ ਹੋ ਗਿਆ। 4 ਚੋਂ 7 ਕੱਢੇ -3 k ਦੀ ਵੈਲਿਊ ਆ ਗਈ ਕਿੰਨੀ? 1/3 ਮਾਈਨਸ ਦਾ। ਸਵਾਲ ਸਮਝ ਆ ਗਿਆ? ਆਪਾਂ ਇੱਥੇ ਕ੍ਰਾਸ ਕੀਤਾ ਸੀਗਾ, ਆ 2 ਨੂੰ ਇੱਧਰ ਲੈ ਪਲੱਸ ਦਾ ਹੋ ਗਿਆ, 7 ਤੇ 2 9 k ਹੋ ਗਿਆ। ਠੀਕ ਹੈ, 7 ਨੂੰ ਉੱਧਰ ਲੈ ਕੇ ਮਾਈਨਸ ਦਾ ਹੋ ਗਿਆ, 4 ਚੋਂ 7 ਕੱਢੇ -3 ਹੋ ਗਿਆ। k ਦੀ ਵੈਲਿਊ 3/9 ਮਾਈਨਸ ਦਾ ਸੀ, 1/3 ਮਾਈਨਸ ਦਾ ਆ ਗਿਆ। ਇੰਨਾ ਹੀ ਸੀ ਆਨਸਰ ਆਪਣਾ। ਤੇਰਾ ਤੂੰ ਕੀਤਾ ਨਹੀਂ ਸੀ? ਸਰ ਨਹੀਂ 5 ਹੈ तेरा माइनस है। ਤੇਰਾ ਕਿੰਨਾ ਸੀ? -1/3। ਠੀਕ ਹੈ, ਤੇਰਾ ਆਪਣਾ ਕੈਲਕੂਲੇਸ਼ਨ ਮਿਸਟੇਕ ਹੋ ਗਈ ਸੀ। ਫਿਰ ਆ ਹੁਣ ਕੈਲਕੂਲੇਸ਼ਨ ਮਿਸਟੇਕਾਂ ਨਾ ਕਰੋ। ਸਭ ਤੋਂ ਸੌਖਾ ਸਵਾਲ ਹੈ ਇਸ ਐਕਸਰਸਾਈਜ਼ ਦਾ ਸ਼ਾਇਦ ਇਹ। ਉਹ ਕਹਿੰਦਾ ਪਲਾਟ ਦਾ ਪੁਆਇੰਟਸ A B ਐਂਡ C। ਆਪਾਂ A ਲਿਖ ਲੈਂਦੇ ਆ ਕਿੰਨਾ, B ਦੇਖ ਲੈਂਦੇ ਆ ਤੇ C ਦੇਖ ਲੈਂਦੇ ਆ। A ਹੈਗਾ 1 B ਹੈਗਾ 4 7 ਤੇ C 4 10। ਉਹ ਬੰਦਾ ਕਹਿੰਦਾ A ਤੇ B ਨੂੰ ਤੁਸੀਂ ਕੀ ਕਰ ਦਿਓ, ਕਨੈਕਟ ਕਰ ਦਿਓ ਤੇ A ਤੇ C ਨੂੰ ਵੀ ਕਨੈਕਟ ਕਰ ਦਿਓ। A ਤੇ B ਤੇ A ਤੇ C ਨੂੰ ਵੀ ਕਨੈਕਟ ਕਰ ਦਿਓ। ਆਪਾਂ ਨੂੰ ਕੋਈ ਚੱਕਰ ਨਹੀਂ ਵੀ ਕਿਵੇਂ ਕਰਨਾ, ਗ੍ਰਾਫ ਗਰੂਫ ਆਪਣੇ ਕੋਲ ਤਾਂ ਬਣਿਆ ਨਹੀਂ। ਆਪਾਂ ਕੀ ਕਰਾਂਗੇ, ਪਹਿਲਾਂ ਆਪਾਂ A ਤੇ B ਦੀ ਸਲੋਪ ਕੱਢ ਲਾਂਗੇ, ਫਿਰ ਆਪਾਂ A ਤੇ C ਦੀ ਸਲੋਪ ਕੱਢ ਲਾਂਗੇ, ਕਿਉਂਕਿ A ਤੇ B ਵੀ ਕਨੈਕਟਡ ਹੈ ਤੇ A ਤੇ C ਵੀ ਕਨੈਕਟਡ ਹੈ। ਠੀਕ ਹੈ, ਤੇ ਜਿਹਦੀ ਸਲੋਪ ਵੱਡੀ ਆ ਗਈ ਜਾਂ ਸਟੀਪਰ ਆ ਗਈ, ਸਟੀਪਰ ਆਪਾਂ ਉਹ ਦੱਸਣਾ। ਹੁਣ ਆ ਜਾਓ A ਤੇ B ਦੀ ਸਲੋਪ ਦੇਖਦੇ ਆ। 7 ਚੋਂ 1 ਕੱਢਿਆ 6, 4 ਚੋਂ 1 ਕੱਢੇ 3। ਆ A ਤੇ B ਦੀ ਹੈ। ਠੀਕ ਹੈ, ਇਹ ਆ ਗਈ 2। ਹੁਣ A ਤੇ C 10 ਚੋਂ 1 ਕੱਢਿਆ 9, 4 ਚੋਂ 1 ਕੱਢਿਆ 3। ਚੁੱਪ ਕਰੋ ਯਾਰ, ਇਹ ਆ ਗਈ 3। ਠੀਕ ਹੈ, ਹੁਣ ਸਟੀਪਰ ਕਿਹੜੀ ਹੋਊਗੀ? ਸਟੀਪਰ ਜਿਹੜੀ ਵੱਡੀ ਹੈ, ਬਸ ਗੱਲ ਹੋ ਗਈ। AC। ਸਵਾਲ ਸਮਝ ਆ ਗਿਆ? ਉਦੋਂ ਅਗਲਾ ਹੁਣ ਇਹ ਸਵਾਲ ਤੁਹਾਡੇ ਕਰਨ ਵਾਲੇ ਆ, ਇਹਨੂੰ ਢਾ ਦਾਂ ਇਹ ਸਵਾਲ ਨੂੰ। ਐਤਕੀ ਫਿਰ ਸਪੀਡ ਟੈਸਟ ਲੱਗਣਗੇ, ਪਹਿਲਾਂ ਨਹੀਂ ਲਿਖਣਾ ਕਿਸੇ ਨੇ। 21ਵੇਂ ਦਾ ਪਹਿਲਾ P ਹੈਗਾ 2 4 Q 3 6 R 8 1 ਤੇ S 10 K। ਇਹ ਕੀ ਕਹਿੰਦੇ ਆ? find the values of K if PQ is parallel to RS। ਦੇਖੋ ਬੜਾ ਸੌਖਾ ਕੁਐਸਚਨ ਹੈ। ਜਿਹੜੀ ਆ PQ ਲਾਈਨ ਹੈ ਨਾ, ਇਹ ਲਾਈਨ ਇਹ RS ਦੇ ਪੈਰਲਲ ਹੈ। ਆਪਾਂ RS ਇੱਥੇ ਲਿਖਣੀ ਸੀ, ਆਪਾਂ ਉੱਧਰ ਲਿਖ ਬੈਠੇ, ਇੱਥੇ ਦੁਬਾਰਾ ਲਿਖ ਦੇਣਾ 10 K। ਆਪਾਂ ਕੀ ਲੱਭਣੀ ਹੈ? K ਦੀ ਵੈਲਿਊ ਲੱਭਣੀ ਹੈ ਆਪਾਂ। ਕਿੱਡਾ ਸੌਖਾ ਸਵਾਲ ਹੈ। ਠੀਕ ਹੈ, ਹਿੰਟ ਦੇ ਦਿੰਦਾ, ਜਿੰਨੀ ਇਹਦੀ ਸਲੋਪ ਆਊਗੀ, ਇਹ ਪੈਰਲਲ ਆ, ਉਨੀ ਹੀ ਇਹਦੀ ਆਊਗੀ, ਬਰਾਬਰ ਰੱਖਾਂਗੇ, K ਦੀ ਵੈਲਿਊ ਆਊਗੀ।
ਸਪੀਡ ਟੈਸਟ ਹੁਣ ਸਟਾਰਟ ਹੈ। ਜੇ ਪਹਿਲਾਂ ਕਿਸੇ ਨੇ ਲਿਖਿਆ ਉਹ ਕੈਂਸਲ ਹੋ ਜਾਊਗਾ, ਸਪੀਡ ਟੈਸਟ ਚੋਂ ਬਾਹਰ ਨਹੀਂ ਬੰਦਾ। ਉਹ ਸਵਾਲ ਦੇਖਦੇ ਆ। ਪਹਿਲਾਂ ਆਪਾਂ ਇਹਦੀ ਸਲੋਪ ਕੱਢਦੇ ਹਾਂ। 6 ਚੋਂ 4 ਕੱਢੇ 2, 3 ਚੋਂ 2 ਕੱਢੇ 1, ਯਾਨੀ ਕਿ ਸਲੋਪ ਕਿੰਨੀ ਆ ਗਈ 2। ਹੁਣ ਇਹਦੀ ਸਲੋਪ ਦੇ ਆਪਾਂ ਇਹਨੂੰ ਬਰਾਬਰ ਰੱਖਣਾ ਹੈ k - 1 10 ਚੋਂ 8 ਕੱਢੇ 2 ਬਰਾਬਰ ਹੈ 2, 2 ਤੇ 2 ਕ੍ਰਾਸ ਮਲਟੀਪਲਾਈ ਹੋ ਗਿਆ, k - 1 ਬਰਾਬਰ 4 ਹੋ ਗਿਆ, k ਬਰਾਬਰ 5 ਹੋ ਗਿਆ, ਇੱਕ ਉਧਰ ਚਲਾ ਗਿਆ, ਕ੍ਰਾਸ ਕੀਤਾ 4 ਆ ਗਿਆ, ਇੱਕ ਉਧਰ ਚਲਾ ਗਿਆ, ਪਲੱਸ ਹੋ ਗਿਆ, k ਦੀ ਵੈਲਿਊ 5 ਆ ਗਈ। ਠੀਕ ਹੈ, ਇਹਦੋਂ ਅਗਲਾ ਪਾਰਟ ਆਪਾਂ ਦੇਖਦੇ ਹਾਂ। ਸਾਰੇ ਆਈ ਆ ਪਰ ਆਪਾਂ ਸਪੀਡ ਨੂੰ ਦੇਖਣਾ ਹੈ ਕਿ ਸਪੀਡ 'ਚ ਕੌਣ ਜਿੱਤਦਾ। ਪਹਿਲਾਂ ਰਕਮ ਨਹੀਂ ਤਾਰਨੀ ਕਿਸੇ ਨੇ। ਠੀਕ ਹੈ, ਸਮਝਦੇ ਆ ਜਾਓ। ਜੀਤੋ ਹਜੇ ਨਹੀਂ ਹੋਇਆ ਜਾਂ ਜੇ ਕੋਈ ਕਰੀ ਜਾਂਦਾ, ਸਪੀਡ ਚਾਹੀਦੀ ਆਪਾਂ ਨੂੰ ਕਿਉਂਕਿ ਸੌਖੇ ਸਵਾਲਾਂ 'ਚ ਸਪੀਡ ਮੈਟਰ ਕਰਦੀ ਹੈ। ਇੱਧਰ ਆ ਜਾਓ। 11 ਚੋਂ 1 ਕੱਢਣਾ ਸੀ, ਇੱਕ ਪਹਿਲਾਂ ਹੀ ਮਾਈਨਸ ਦਾ ਤਾਂ 12 ਹੋ ਗਿਆ। 7 ਚੋਂ 3 ਕੱਢੇ 4 ਹੋ ਗਏ, ਸਲੋਪ ਆ ਗਈ 3। ਆਪਾਂ ਇਹਦੇ ਬਰਾਬਰ ਰੱਖਣੀ ਹੈ k ਦੇ ਵਿੱਚੋਂ 1 ਕੱਢਣਾ ਸੀ, k - 1 + 1 1 1 - 1 2 ਬਰਾਬਰ ਹੈ 3 ਦੇ, k + 1 ਬਰਾਬਰ 6 ਦੇ, k ਬਰਾਬਰ ਹੈ 5, k ਫਿਰ 5 ਆ ਗਈ। ਠੀਕ ਹੈ, ਇਹ ਤੀਜਾ ਸਵਾਲ ਹੈ 21ਵੇਂ ਦਾ। ਸਲੋਪ ਇਹਦੀ 11 ਚੋਂ 1 ਕੱਢਣਾ ਸੀਗਾ ਪਰ ਇਹ ਪਲੱਸ ਹੋ ਗਿਆ। 6 ਚੋਂ 5 ਕੱਢੇ 1, ਇਹਦੀ ਸਲੋਪ 12 ਹੀ ਆ ਗਈ। ਪਤਾ ਲੱਗ ਗਿਆ। ਹੁਣ ਆਪਾਂ ਇਹ ਤੇ ਫਾਰਮੂਲਾ ਲਾਵਾਂਗੇ k² - 4k ਯਾਨੀ ਕਿ ਪਲੱਸ 4k ਹੋ ਗਿਆ, ਥੱਲੇ ਆ ਗਿਆ 7 - 6 1 ਆ ਗਿਆ ਬਰਾਬਰ 12। ਆ 12 ਇੱਧਰ ਮਲਟੀਪਲਾਈ ਹੋ ਜਾਊਗਾ, k² + 4k ਬਰਾਬਰ 12 ਸੀਗਾ। 12 ਨੂੰ ਆਪਾਂ ਲੈਫਟ ਸਾਈਡ ਤੇ ਲਿਆਂਦਾ ਤੇ ਬਰਾਬਰ ਕਰਤੀ 0। ਹੁਣ ਇਹ ਕੁਆਡਰੈਟਿਕ ਬਣ ਗਿਆ। ਕੁਆਡਰੈਟਿਕ ਇਕੁਏਸ਼ਨ ਆਪਾਂ ਪਿਛਲੇ ਸੈਮ 'ਚ ਕੀਤਾ ਸੀ। ਗੁਣਾ ਕਰੀਏ -12 ਆਵੇ, ਮਾਈਨਸ ਕਰੀਏ 4 ਆਵੇ। ਦੋ ਅੱਖਰ ਹੋਣਗੇ ਕਿਹੜੇ ਕਿਹੜੇ? 6 ਤੇ 2, 6 ਪਲੱਸ ਦਾ ਤੇ 2 ਮਾਈਨਸ ਦਾ, 6k - 2k - 12। ਇਹਦੇ ਵਿੱਚੋਂ k ਕਾਮਨ ਆ ਗਈ, k + 6। ਇਹਦੇ ਵਿੱਚੋਂ 2 ਕਾਮਨ ਆ ਗਿਆ, k + 6। ਇੱਕ ਆ ਗਿਆ k - 2, ਇੱਕ ਆ ਗਿਆ k + 6। k ਦੀ ਵੈਲਿਊ ਆ ਗਈ 2 ਅਤੇ -6। ਇਹ ਆਨਸਰ ਕਿਹਦਾ ਸੀ? ਤੇਰਾ ਸੀਗਾ, ਤੇਰਾ ਨਹੀਂ ਸੀ। ਠੀਕ ਹੈ, ਇਹ ਆਨਸਰ ਆ ਗਿਆ ਸੀ ਆਪਣਾ। ਆਹ ਸੋਲਵ ਕਰਨੀ ਆਉਂਦੀ ਤੁਹਾਨੂੰ? ਤੁਸੀਂ ਨਹੀਂ ਲਿਖਿਆ? ਹਾਂ ਬਈ ਆ ਕੇ ਦੇਖ ਕੇ